ਅਭਿਆਸ 1.3 ਐਕਸਰਸਾਈਜ਼ 1.3 ਕੁਐਸਚਨ ਨੰਬਰ 1 ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਹੇਠ ਲਿਖਿਆਂ ਦਾ ਅੰਦਾਜ਼ਾ ਲਗਾਓ। ਵੇਖੋ ਪੰਜਵੀਂ ਜਮਾਤ ਦੇ ਵਿੱਚ ਅਸੀਂ ਅਭਿਆਸ 1.4 ਐਕਸਰਸਾਈਜ਼ 1.4 ਦੇ ਵਿੱਚ ਜੋ ਸਾਡਾ ਚੈਪਟਰ ਨੰਬਰ 1 ਸੀ ਉਹਦੇ ਵਿੱਚ ਅਸੀਂ ਨਿਕਟੀਕਰਨ ਜੋ ਹੈ ਕੀਤਾ ਸੀ। ਠੀਕ ਹੈ, ਮੈਂ ਤੁਹਾਨੂੰ ਫਿਰ ਤੋਂ ਜੋ ਹੈ ਇੱਕ ਵਾਰੀ ਰਿਵਾਈਜ਼ ਕਰਵਾ ਦਾਂਗਾ ਰਾਉਂਡਿੰਗ ਆਫ ਜਾਂ ਨਿਕਟੀਕਰਨ ਅਸੀਂ ਜੋ ਹੈ ਕਿੱਦਾਂ ਕਰਨਾ ਹੈ। ਹਾਂਜੀ, ਹੁਣ ਕੁਐਸਚਨ ਨੰਬਰ 1 ਦੇ ਵਿੱਚ ਸਾਡੇ ਕੋਲ A ਪਾਰਟ ਤੋਂ ਲੈ ਕੇ D ਪਾਰਟ ਤੱਕ ਜੋ ਹੈ ਇਹਨਾਂ ਨੇ ਕੁਐਸਚਨਸ ਦਿੱਤੇ ਹੋਏ ਨੇ। ਹੁਣ A ਪਾਰਟ ਦੇ ਵਿੱਚ ਸਾਡੇ ਕੋਲ ਹੈਗਾ 837 ਜਮਾ 987। ਹੁਣ ਇਹਨਾਂ ਨੇ ਕਿਹਾ ਹੈ ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਹੇਠ ਲਿਖਿਆਂ ਦਾ ਅੰਦਾਜ਼ਾ ਲਗਾਓ। ਠੀਕ ਹੈ, ਹਾਂਜੀ, ਹੁਣ ਇਹ ਆਮ ਨਿਯਮ ਕੀ ਨੇ ਤੇ ਕਿਸ ਤਰ੍ਹਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ, ਚਲੋ ਸਟਾਰਟ ਕਰਦੇ ਹਾਂ। 837 ਦੇ ਵਿੱਚ ਅਸੀਂ 987 ਜੋ ਹੈ ਉਹ ਜਮਾ ਕਰਨਾ ਹੈ, ਐਡ ਕਰਨਾ ਹੈ। ਬਿਲਕੁਲ ਅਸੀਂ ਜੋ ਹੈ ਇसी ਕੁਐਸਚਨ ਦੇ ਅਕੋਰਡਿੰਗ ਜੋ ਹੈ ਇਸ ਨੂੰ ਸੋਲਵ ਕਰਾਂਗੇ। ਹਾਂਜੀ, ਦੇਖੋ ਇਸ ਕੁਐਸਚਨ ਦੇ ਵਿੱਚ ਸਾਡੇ ਕੋਲ 898 ਔਰ 785 ਹੈ ਤੇ ਗੁਣਾ ਦਾ ਜੋ ਹੈ ਉਹ ਨਿਸ਼ਾਨ ਹੈ। ਸਾਨੂੰ ਜੋ ਹੈ ਕਰਨਾ ਕੀ ਹੈ, ਇਸ ਨੂੰ ਅਸੀਂ ਹਟਾ ਦਿੰਨੇ ਹਾਂ। ਸਾਨੂੰ ਕਰਨਾ ਹੈ 837 ਦੇ ਵਿੱਚ ਸਾਨੂੰ ਐਡੀਸ਼ਨ ਕਰਨਾ ਹੈ, ਜਮਾ ਕਰਨਾ ਹੈ 987। ਇੱਥੇ 898 ਨੂੰ ਹਟਾ ਕੇ ਤੁਸੀਂ ਲਿਖੋਗੇ 837 ਤੇ ਇੱਥੇ 785 ਨੂੰ ਤੁਸੀਂ ਹਟਾ ਕੇ ਲਿਖੋਗੇ 987। ਹਾਂਜੀ, ਹੁਣ 837 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਇਹ ਤੁਸੀਂ ਇਦਾਂ ਹੀ ਲਿਖਣਾ ਹੈ। ਠੀਕ ਹੈ, 837 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ। ਹੁਣ 837 ਦਾ ਨਿਕਟੀਕਰਨ ਅਸੀਂ ਕਰਨਾ ਕਿੱਦਾਂ ਹੈ, ਜ਼ਰਾ ਧਿਆਨ ਨਾਲ ਇੱਥੇ ਦੇਖੋ। ਹਾਂਜੀ, ਇਹਦੇ ਵਿੱਚ ਜੋ ਇਹ 7 ਹੈ ਯਾਨੀ ਕਿ 7 ਹੈ ਇਹ ਹੋ ਗਿਆ ਇਕਾਈ ਦਾ ਅੰਕ, ਜੋ 3 ਹੈ ਉਹ ਹੋ ਗਿਆ ਦਹਾਈ ਦਾ ਅੰਕ, ਜੋ 8 ਹੈ ਉਹ ਹੋ ਗਿਆ ਸੈਂਕੜੇ ਦਾ ਅੰਕ। ਇਟ ਮੀਨਸ ਕਿ ਅਸੀਂ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ ਤੇ ਇਹਦੇ ਵਾਸਤੇ ਅਸੀਂ ਜੋ ਹੈ ਇਹ ਦਹਾਈ ਵਾਲਾ ਜੋ ਅੰਕ ਹੈ ਨਾ, ਜਿਵੇਂ ਇਸ ਦਹਾਈ ਵਾਲੇ ਅੰਕ ਤੇ ਇਸ ਟਾਈਮ 3 ਹੈ, ਅਸੀਂ ਇਸ ਨੂੰ ਜੋ ਹੈ ਬੜੇ ਹੀ ਧਿਆਨ ਦੇ ਨਾਲ ਨੋਟਿਸ ਕਰਨਾ ਹੈ ਵੀ ਸੈਂਕੜੇ ਵਾਲੇ ਅੰਕ ਤੋਂ ਪਹਿਲਾਂ ਜੋ ਦਹਾਈ ਵਾਲਾ ਅੰਕ ਹੈ ਉਸ ਤੇ ਜੋ ਅੰਕ ਹੈ ਉਹ 5 ਤੋਂ ਛੋਟਾ ਹੈ ਜਾਂ 5 ਦੇ ਬਰਾਬਰ ਹੈ ਜਾਂ 5 ਤੋਂ ਵੱਡਾ ਹੈ, ਇਹ ਸਾਨੂੰ ਵੇਖਣਾ ਹੈ। ਦੇਖੋ ਇੱਕ ਗੱਲ ਨੋਟਿਸ ਕਰ ਲਓ, ਜਿਹੜਾ ਜਿਵੇਂ ਹੁਣ ਅਸੀਂ ਸੈਂਕੜੇ ਵਾਲੀ ਨਿਕਟੀਕਰਨ ਕਰਨਾ ਹੈ, ਠੀਕ ਹੈ, ਸੈਂਕੜੇ ਦਾ ਨਿਕਟੀਕਰਨ ਕਰਨਾ ਹੈ ਤਾਂ ਦਹਾਈ ਦੇ ਉੱਪਰ ਜੋ ਅੰਕ ਹੈ ਉਸ ਨੂੰ ਅਸੀਂ ਵੇਖਣਾ ਹੈ। ਜਿਵੇਂ ਇੱਥੇ ਹੁਣ 3 ਹੈ, ਹੁਣ 3 ਜੋ ਹੈ ਉਹ 5 ਤੋਂ ਛੋਟਾ ਹੈ ਤਾਂ ਇਸ ਕੇਸ ਦੇ ਵਿੱਚ ਅਸੀਂ ਕੀ ਕਰਾਂਗੇ, ਜੋ ਇਹ ਇਕਾਈ ਵਾਲਾ ਅੰਕ ਹੈ 7 ਇਹ ਬਣ ਜਾਏਗਾ 0, ਇਹ ਜੋ 3 ਹੈ ਇਹ ਵੀ ਬਣ ਜਾਏਗਾ 0 ਤੇ ਜੋ 8 ਹੈ ਸੈਂਕੜੇ ਦਾ ਅੰਕ ਉਹ ਐਜ਼ ਇਟ ਇਜ਼ ਰਹੇਗਾ। ਦੇਖੋ ਜਿਵੇਂ ਜਿਵੇਂ ਅਸੀਂ ਕੁਐਸਚਨਸ ਕਰਦੇ ਜਾਵਾਂਗੇ ਤੁਹਾਨੂੰ ਹੋਰ ਸਮਝ ਆਉਂਦਾ ਜਾਏਗਾ। ਚਲੋ ਮੈਂ ਤੁਹਾਨੂੰ ਇੱਥੇ ਹੀ ਇੱਕ ਹਿੰਟ ਹੋਰ ਦੇ ਦਿੰਦਾ ਹਾਂ। ਬਾਏ ਚਾਂਸ ਮੰਨ ਲਓ ਵੀ ਇੱਥੇ 837 ਨਾ ਹੋ ਕੇ ਇਹ ਹੁੰਦਾ 857। ਠੀਕ ਹੈ, ਇੱਥੇ ਤੁਹਾਨੂੰ ਸਮਝਾ ਦੇਣਾ ਵੀ ਅਸੀਂ ਕੀ ਕਰਨਾ ਹੈ। ਮੰਨ ਲਓ ਇੱਥੇ 837 ਨਾ ਹੋ ਕੇ ਹੁੰਦਾ ਇੱਥੇ 857। ਠੀਕ ਹੈ, ਔਰ ਅਸੀਂ ਜੋ ਹੈ ਉਹ ਸੈਂਕੜੇ ਵਾਲਾ ਹੀ ਨਿਕਟੀਕਰਨ ਕਰਨਾ ਹੁੰਦਾ। ਫਿਰ ਦੇਖੋ ਦਹਾਈ ਦੇ ਅੰਕ ਦੇ ਵਿੱਚ ਕੀ ਆ ਰਿਹਾ ਹੈ, 5 ਆ ਰਿਹਾ ਹੈ। ਅਗਰ ਦਹਾਈ ਦੇ ਅੰਕ ਦੇ ਵਿੱਚ ਜੋ ਅੰਕ ਆ ਰਿਹਾ ਹੈ ਉਹ 5 ਹੈ ਜਾਂ 5 ਤੋਂ ਵੱਡਾ ਹੈ, 5 ਤੋਂ ਵੱਡਾ ਕੀ 6 7 8 ਜਾਂ 9 ਹੈ। ਠੀਕ ਹੈ, ਅਗਰ 5 ਹੈ 6 ਹੈ 7 ਹੈ 8 ਹੈ 9 ਹੈ, ਉਸ ਵਕਤ ਅਸੀਂ ਕੀ ਕਰਾਂਗੇ, ਅਗਰ ਅਸੀਂ ਨਿਕਟੀਕਰਨ ਕਰਾਂਗੇ ਤਾਂ
बनेगा 7 जो है वो 0 हो जाएगा। जो ये 5 है ना वो भी 0 हो जाएगा। जो ਇਹ ਸੈਂਕੜੇ ਵਾਲਾ ਅੰਕ ਹੈ, ਹੁਣ ਸੈਂਕੜੇ ਵਾਲੇ ਅੰਕ ਦੇ ਵਿੱਚ ਅਸੀਂ 1 ਜਮ੍ਹਾਂ ਕਰਾਂਗੇ। 8 ਦੇ ਵਿੱਚ ਅਸੀਂ 1 ਜਮ੍ਹਾਂ ਕਰਾਂਗੇ, ਇਹ ਬਣ ਜਾਏਗਾ 900। ਇਹ ਫਰਕ ਹੈ ਵੀ ਜੋ ਅੰਕ ਹੈ ਉਹ 5 ਤੋਂ ਅਗਰ ਤਾਂ ਛੋਟਾ ਹੈ ਫਿਰ ਤਾਂ ਜੋ ਸੈਂਕੜੇ ਵਾਲਾ ਅੰਕ ਹੈ ਉਸ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ, ਇਕਾਈ ਔਰ ਦਹਾਈ ਦੇ ਅੰਕ 0 ਹੋ ਜਾਣਗੇ। अगर दहाई वाला अंक 5 के बराबर है या 5 तो वड्डा है, 6 है, 7 है, 8 है, 9 है, ठीक है, तो फिर सैकड़े वाला अंक जो है उस दे विच असी 1 जो है जोड़ांगे, ऐड करांगे, तो इकाई दहाई के अंक ने 0 ही हो जाना है। जिन्होंने समझ आ गया है कोई गल नहीं, ठीक है। जिन्होंने हाले समझ नहीं आया है ना वो थोड़ा जा वेट करो, हाले कई सारे असी क्वेश्चंस करने हैं, ਤੁਹਾਨੂੰ जो है अगले आने वाले क्वेश्चंस ਦੇ ਵਿੱਚ समझ चंगी तरह लग जाऊगा। चलो जी, ਅੱਠ ਸੌ 37 ਦਾ ਅਸੀਂ ਨਿਕਟੀਕਰਨ ਕਰਕੇ ਦੇਖ ਲਿਆ ਹੈ, ਸਾਡਾ ਬਣਿਆ ਹੈ 800। ਹਾਂਜੀ, ਇੱਥੇ 900 ਨੂੰ ਹਟਾ ਕੇ ਇੱਥੇ ਤੁਸੀਂ ਲਿਖੋਗੇ 800। ਹੁਣ ਹੈ ਜੀ 987। 987 ਇਹਦਾ ਹੁਣ ਅਸੀਂ ਕਰਨਾ ਹੈ ਨਿਕਟੀਕਰਨ। ਜ਼ਰਾ ਧਿਆਨ ਨਾਲ ਦੇਖਣਾ, ਦਹਾਈ ਦੇ ਅੰਕ ਤੇ ਕੀ ਹੈ 8 ਹੈ, ਠੀਕ ਹੈ, ਤੇ ਇਹ ਜੋ 8 ਹੈ ਇਹ 5 ਤੋਂ ਵੱਡਾ ਹੈ, ਮੰਨਦੇ ਹੋ ਨਾ, ਜੋ 5 ਹੈ ਉਸ ਤੋਂ ਤਾਂ 8 ਵੱਡਾ ਹੈ। इट मीन्स कि जो इकाई का अंक है 7 वो भी 0 हो जाएगा, जो 8 है वो भी 0 हो जाएगा, पर जो 9 है, ठीक है, क्योंकि दहाई का अंक 5 तो वड्डा सी, तो जो सैकड़े का अंक है उस दे विच असी 1 जमा करांगे, ऐड करांगे, तो 9 बन जाएगा 10। इसका मतलब 987 का सैकड़े के स्थान तक जो निकटीकरण है वो हो जाऊगा 1000। इस 800 ਨੂੰ ਹਟਾ ਦਿਓ, ਇੱਥੇ ਅਸੀਂ ਲਿਖਾਂਗੇ 1000। ਹਾਂਜੀ, मैं जो है ब्रश का यूज़ कर रहा हाँ, तुसी अपना साफ जो है मतलब लिखना है, ठीक है। मेरे को इत्थे ब्रश है तो थोड़ा राइटिंग जो है वो साफ नहीं आती है ब्रश के नाल। हाँ जी, हुण असी करना कि सी 837 ਦੇ ਵਿੱਚ ਅਸੀਂ जो है 987 जमा करना सी, ठीक है। 837 का जो सैकड़े के स्थान तक निकटीकरण करके आया है वो आया है 800, तो 987 का जो सैकड़े के स्थान तक निकटीकरण करके आया है वो है 1000, ठीक है। इत्थे लिखा है अंदाजन गुणनफल, क्योंकि असी गुना करना सी, जो ये उदाहरण सी। इत्थे असी लिखांगे अंदाजन जोड़फल, क्योंकि असी जोड़ना है, ठीक है। हाँ जी, 800 ਦੇ ਵਿੱਚ 800 ਦੇ ਵਿੱਚ ਅਸੀਂ जो है 1000 जो है वो जोड़ना है। 0 + 0 8 + 0 8 1 एज इट इज़ 1800 जो है साडा आंसर होएगा। 1800 इसका जो है अंदाजन जोड़फल होएगा। इत्थे गुणनफल लिखा है, तुसी अपना जोड़फल लिखना है, क्योंकि असी जोड़ कर रहे हैं, एडिशन कर रहे हैं। हाँ जी, बी पार्ट ਦੇ ਵਿੱਚ ਸਾਨੂੰ जो है जो नंबर्स गिवन है वो है 783 ਤੇ 427। 783 ਤੇ 427 ਅਸੀਂ जो है ਹੁਣ माइनस करना है। -783 427। हाँ जी, इसनों हटा देने हैं। 898 ਨੂੰ हटा के ਅਸੀਂ ਲਿਖਾਂਗੇ 783।
ਦੇਖੋ 783 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ 783। ਹਾਂਜੀ, ਹੁਣ ਦਹਾਈ ਦੇ ਅੰਕ ਤੇ ਕੀ ਹੈ 8 ਹੈ ਜੋ ਕਿ 5 ਤੋਂ ਵੱਡਾ ਹੈ। ਇਸ ਕਰਕੇ ਜਦੋਂ ਅਸੀਂ ਨਿਕਟੀਕਰਨ ਕਰਾਂਗੇ ਤਾਂ ਜੋ 3 ਹੈ ਉਹ ਤਾਂ 0 ਹੋ ਜਾਏਗਾ, ਠੀਕ ਹੈ, ਜੋ 8 ਹੈ ਉਹ ਵੀ 0 ਹੋ ਜਾਏਗਾ। 7 ਦੇ ਵਿੱਚ ਅਸੀਂ ਜੋ ਹੈ 1 ਜਮ੍ਹਾਂ ਕਰਾਂਗੇ ਤਾਂ ਇਹ ਬਣ ਜਾਏਗਾ 800। ਇਹ ਜੋ ਹੈ 783 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਕੇ ਸਾਨੂੰ ਮਿਲੇਗਾ 800। ਹਾਂਜੀ, ਹੁਣ ਅੱਗੇ ਹੈ ਜੀ 427। 427 ਦਾ ਅਗਰ ਅਸੀਂ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ, ਦੇਖੋ ਦਹਾਈ ਦੇ ਅੰਕ ਤੇ ਕੀ ਹੈ 2 ਹੈ ਤੇ ਹੁਣ ਦੇਖੋ ਨਿਕਟੀਕਰਨ ਕਰਾਂਗੇ ਤਾਂ 7 ਬਣ ਗਿਆ 0, 2 ਵੀ ਬਣ ਗਿਆ 0। 4 ਦੇ ਵਿੱਚ 1 ਜਮ੍ਹਾਂ ਨਹੀਂ ਹੋਏਗਾ ਕਿਉਂਕਿ ਦਹਾਈ ਦੇ ਅੰਕ ਤੇ ਜੋ 2 ਹੈ ਉਹ 5 ਤੋਂ ਛੋਟਾ ਹੈ, ਠੀਕ ਹੈ। ਹਾਂਜੀ, ਅਸੀਂ 783 ਦਾ ਨਿਕਟੀਕਰਨ ਕਰ ਲਿਆ, ਉਹ ਹੋ ਗਿਆ 800। ਫਿਰ ਜੋ 427 ਹੈ ਉਹਦਾ ਨਿਕਟੀਕਰਨ ਕਰਕੇ ਦੇਖ ਲਿਆ, ਉਹ ਹੋ ਗਿਆ 400। ਤਾਂ 800 ਮਾਈਨਸ 400, ਠੀਕ ਹੈ, ਇਹ ਹੋਏਗਾ ਸਾਡੇ ਕੋਲ 400। 800 ਦੇ ਵਿੱਚੋਂ ਜਦੋਂ ਅਸੀਂ 400 ਘਟਾਵਾਂਗੇ ਤਾਂ ਸਾਡਾ ਆਨਸਰ ਆਏਗਾ 400। ਇਹ ਸਾਡਾ ਅੰਦਾਜ਼ਨ ਜੋ ਹੈ, ਅੰਦਾਜ਼ਨ ਮਤਲਬ ਇਹ ਐਗਜ਼ੈਕਟ ਆਨਸਰ ਨਹੀਂ ਹੈ, ਇਹ ਅੰਦਾਜ਼ੇ ਵਾਲਾ ਆਨਸਰ ਹੁੰਦਾ ਹੈ, ਠੀਕ ਹੈ। ਹਾਂਜੀ, ਸੀ ਪਾਰਟ ਹੈ ਜੀ 1391 ਦੇ ਵਿੱਚ ਅਸੀਂ ਜਮ੍ਹਾਂ ਕਰਨਾ ਹੈ 2783। ਦੇਖੋ ਪਹਿਲਾਂ ਅਸੀਂ ਜੋ ਕੀਤੇ ਹੈ ਕੁਐਸਚਨਸ, ਉਹਦੇ ਵਿੱਚ ਕੀ ਸੀ 3 ਅੰਕਾਂ ਵਾਲੇ ਜੋ ਹੈ ਨੰਬਰ ਸੀ, ਠੀਕ ਹੈ। 3 ਅੰਕਾਂ ਵਾਲੇ ਨੰਬਰਸ ਤੋਂ ਭਾਵ ਕੀ ਹੈ ਵੀ ਉਹਨਾਂ ਦੇ ਵਿੱਚ ਜੋ ਹੈ 3 ਡਿਜਿਟਸ ਸੀ। ਹੁਣ 4 ਅੰਕਾਂ ਵਾਲਾ ਜੋ ਹੈ ਨੰਬਰ ਹੈ। ਹਾਂਜੀ, ਇਸ ਦੇ ਵਿੱਚ ਅਸੀਂ ਕੀ ਕਰਾਂਗੇ, ਦੇਖੋ ਜਿਵੇਂ ਇੱਥੇ 1 ਹੈ ਨਾ, ਤਾਂ ਅਸੀਂ ਜੋ ਹੈ 1000ਵੇਂ ਸਥਾਨ ਤੱਕ ਜੋ ਹੈ ਨਿਕਟੀਕਰਨ ਕਰਨਾ ਹੈ। 1000ਵੇਂ ਸਥਾਨ ਵਾਸਤੇ ਅਸੀਂ ਜੋ ਸੈਂਕੜੇ ਵਾਲਾ ਜੋ ਅੰਕ ਹੈ ਉਸ ਨੂੰ ਅਸੀਂ ਜੋ ਹੈ ਨੋਟ ਡਾਊਨ ਕਰਨਾ ਹੈ ਵੀ ਸੈਂਕੜੇ ਵਾਲਾ ਜੋ ਅੰਕ ਹੈ, ਦੇਖੋ ਨਾ, ਇਹ ਜੋ 1 ਹੋ ਗਿਆ ਇਕਾਈ ਦੇ ਅੰਕ ਦੇ ਜਗ੍ਹਾ ਤੇ 9 ਹੋ ਗਿਆ, ਦਹਾਈ ਤੇ 3 ਹੋ ਗਿਆ, ਸੈਂਕੜੇ ਤੇ 1 ਹੋ ਗਿਆ 1000 ਤੇ ਜਦ ਦੇਖੋ ਜਿੰਨੇ ਵੀ ਸਾਡੇ ਕੋਲ ਜੋ ਹੈ ਅੰਕ ਹੁੰਦੇ ਨੇ ਨਾ, ਜਾਂ ਜਿੰਨੇ ਵੀ ਜੋ ਹੈ ਡਿਜਿਟਸ ਹੁੰਦੇ ਨੇ, ਜਿਵੇਂ ਇੱਥੇ 1 2 3 ਤੇ 4 ਡਿਜਿਟਸ ਨੇ, ਠੀਕ ਹੈ। ਤਾਂ ਜਿਹੜਾ ਜਿਵੇਂ 4 ਹੈ, ਅਗਰ ਤਾਂ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਹੈ ਵੀ ਤੁਸੀਂ ਦਹਾਈ ਤੱਕ ਨਿਕਟੀਕਰਨ ਕਰਨਾ ਹੈ, ਸੈਂਕੜੇ ਤੱਕ ਨਿਕਟੀਕਰਨ ਕਰਨਾ ਹੈ, ਜਾਂ 1000 ਤੱਕ ਨਿਕਟੀਕਰਨ ਕਰਨਾ ਹੈ, 10000 ਤੱਕ ਕਰਨਾ ਹੈ, ਤਾਂ ਫਿਰ ਤਾਂ ਤੁਸੀਂ ਉਸ ਦੇ ਅਕੋਰਡਿੰਗ ਚੱਲੋਗੇ। ਅਦਰਵਾਈਜ਼ ਅਗਰ ਕੁਐਸਚਨ ਦੇ ਵਿੱਚ ਮੈਂਸ਼ਨ ਨਹੀਂ ਹੈ ਵੀ ਤੁਸੀਂ ਕਿੱਥੇ ਤੱਕ ਜੋ ਹੈ ਨਿਕਟੀਕਰਨ ਕਰਨਾ ਹੈ, ਤਾਂ ਜੋ ਵੀ ਤੁਹਾਡੇ ਕੋਲ ਲਾਸਟ ਡਿਜਿਟ ਹੈ ਨਾ, ਜਿਵੇਂ ਇੱਥੇ ਜੋ 2 ਹੈ, ਇਹ 2 ਨਾ, ਜਿਵੇਂ ਇੱਥੇ ਇਹ ਵਾਲਾ ਜੋ ਹੈ ਇਹ 2 ਹੈ, ਇਹ 1000ਵੇਂ ਜੋ ਹੈ ਸਥਾਨ ਤੇ ਹੈ, ਤਾਂ ਅਸੀਂ ਇਸ ਤੱਕ ਜੋ ਹੈ ਨਿਕਟੀਕਰਨ ਕਰਾਂਗੇ, ਠੀਕ ਹੈ। ਜਿਹੜਾ ਵੀ ਲਾਸਟ ਜੋ ਹੈ ਡਿਜਿਟ ਹੋਏਗਾ ਨਾ, ਜਾਂ ਲਾਸਟ ਜੋ ਵੀ ਅੰਕ ਹੋਏਗਾ, ਅਸੀਂ ਉਸ ਦਾ ਜੋ ਹੈ ਨਿਕਟੀਕਰਨ ਕਰਾਂਗੇ। ਤਾਂ 2 ਜੋ ਹੈ ਉਹ 1000ਵੇਂ ਸਥਾਨ ਤੇ ਹੈ, ਇੱਥੇ 1 ਜੋ ਹੈ ਇਹ ਵਾਲਾ, ਇਹ ਵੀ 1000ਵੇਂ ਸਥਾਨ ਤੇ ਹੈ, ਤਾਂ ਅਸੀਂ ਜੋ ਹੈ ਇਹਦਾ 1000ਵੇਂ ਸਥਾਨ ਤੱਕ ਜੋ ਹੈ ਨਿਕਟੀਕਰਨ ਕਰਾਂਗੇ। 1000ਵੇਂ ਸਥਾਨ ਵਾਸਤੇ ਨਿਕਟੀਕਰਨ ਕਰਨ ਵਾਸਤੇ ਸਾਨੂੰ ਸੈਂਕੜੇ ਵਾਲਾ ਡਿਜਿਟ ਜੋ ਹੈ ਨੋਟ ਕਰਨਾ ਹੈ, ਠੀਕ ਹੈ। ਇੱਥੇ ਦੇਖੋ ਹੁਣ ਸੈਂਕੜੇ ਵਾਲਾ ਡਿਜਿਟ ਕਿਹੜਾ ਹੈ 3 ਹੈ, ਜੋ ਕਿ 5 ਤੋਂ ਛੋਟਾ ਹੈ, ਤਾਂ ਇਸ ਦੇ ਵਿੱਚ 1 ਦਾ ਐਡੀਸ਼ਨ ਨਹੀਂ ਹੋਏਗਾ। ਇਕਾਈ ਦਾ ਅੰਕ ਜੋ ਕਿ 1 ਹੈ ਉਹ 0 ਹੋ ਜਾਏਗਾ, 9 ਵੀ 0 ਹੋ ਜਾਏਗਾ। ਦਹਾਈ ਦਾ ਅੰਕ 3 ਹੈ, 5 ਤੋਂ ਛੋਟਾ ਹੈ, ਉਹ ਵੀ 0। ਤੇ ਇੱਥੇ 1 ਦੇ ਵਿੱਚ 1 ਐਡ ਨਹੀਂ ਕਰਨਾ ਹੈ ਕਿਉਂਕਿ ਦਹਾਈ ਦਾ ਅੰਕ ਜੋ ਹੈ ਉਹ 3 ਸੀ, ਜੋ ਕਿ 5 ਤੋਂ ਛੋਟਾ ਸੀ। ਹਾਂਜੀ, ਜਮਾ ਦਾ ਨਿਸ਼ਾਨ ਇੱਥੇ ਜੋ ਹੈ ਦੇਖੋ ਇੱਥੇ 7 ਹੈ, ਜੋ ਸੈਂਕੜੇ ਦੇ ਜੋ 3 ਹੈ ਉਹ ਸੈਂਕੜੇ ਵਾਲਾ ਅੰਕ ਸੀ, ਠੀਕ ਹੈ, ਦਹਾਈ ਵਾਲਾ ਅੰਕ ਨਹੀਂ ਸੀ। ਜੋ 3 ਹੈ ਨਾ, ਮਤਲਬ ਇਹ ਵਾਲਾ ਜੋ 3 ਸੀ, ਇਹ ਸੈਂਕੜੇ ਵਾਲਾ ਅੰਕ ਸੀ, ਤਾਂ ਸੈਂਕੜੇ ਵਾਲਾ ਜੋ ਅੰਕ ਹੈ ਉਹ 3 ਸੀ, ਜੋ ਕਿ 5 ਤੋਂ ਛੋਟਾ ਸੀ। ਹਾਂਜੀ, ਇੱਥੇ ਹੁਣ ਸੈਂਕੜੇ ਵਾਲਾ ਅੰਕ ਜੋ ਹੈ ਉਹ 7 ਹੈ, 7 ਹੈ, ਠੀਕ ਹੈ।
ਇਹ ਜੋ 7 ਹੈ ਨਾ ਇਹ 5 ਤੋਂ ਵੱਡਾ ਹੈ, ਠੀਕ ਹੈ, ਇਹ 5 ਤੋਂ ਵੱਡਾ ਹੈ। ਇਟ ਮੀਨਸ ਕਿ ਹੁਣ 2 ਦੇ ਵਿੱਚ 1 ਦਾ ਜੋ ਹੈ ਐਡੀਸ਼ਨ ਹੋਏਗਾ। ਇਕਾਈ ਦਾ ਅੰਕ 0, ਦਹਾਈ ਦਾ ਅੰਕ 0, ਫਿਰ ਸੈਂਕੜੇ ਦਾ ਅੰਕ 0। ਹੁਣ 2 ਦੇ ਵਿੱਚ ਅਸੀਂ 1 ਜਮ੍ਹਾਂ ਕਰਨਾ ਹੈ। ਉਹਦਾ ਕਾਰਨ ਇਹ ਹੈ ਵੀ ਜੋ ਇਹ 7 ਹੈ ਸੈਂਕੜੇ ਵਾਲੇ ਸਥਾਨ ਤੇ ਜੋ ਅੰਕ ਹੈ ਉਹ 5 ਤੋਂ ਵੱਡਾ ਹੈ। ਹਾਂਜੀ, 1000 ਜਮ੍ਹਾਂ 3000 ਇਹ ਹੋ ਜਾਏਗਾ 4000। ਹੁਣ ਅੱਗੇ ਜੋ ਹੈ ਇਹ ਸਾਡੇ ਕੋਲ 5 ਅੰਕਾਂ ਵਾਲਾ ਜੋ ਹੈ ਨਿਕਟੀਕਰਨ ਆ ਗਿਆ ਹੈ। ਦੇਖੋ ਇਹਦੇ ਵਿੱਚ ਅਸੀਂ ਜੋ ਇਹ 10000 ਵਾਲਾ ਜੋ ਅੰਕ ਹੈ ਨਾ, ਜਿਵੇਂ ਇੱਥੇ 2 ਹੈ ਇੱਥੇ ਵੀ 2 ਹੈ, ਇਹ ਹੋ ਗਿਆ ਇਕਾਈ ਵਾਲਾ ਅੰਕ, ਇਹ ਦਹਾਈ ਵਾਲਾ, ਇਹ ਸੈਂਕੜੇ ਵਾਲਾ, ਇਹ 1000 ਵਾਲਾ ਤੇ 10000 ਵਾਲਾ। ਹੁਣ ਅਸੀਂ 10000 ਵਾਲੇ ਅੰਕ ਤੱਕ ਜੋ ਹੈ ਨਿਕਟੀਕਰਨ ਜੋ ਹੈ ਉਹ ਕਰਨਾ ਹੈ। ਹਾਂਜੀ, ਹੁਣ ਦੇਖੋ ਜਿਹੜਾ ਇਹ 2 ਹੈ ਇਸ ਤੋਂ ਪਹਿਲਾਂ ਜੋ 1000ਵਾਂ ਜੋ ਅੰਕ ਹੈ ਉਸ ਤੇ ਹੈ 8, ਠੀਕ ਹੈ। 8 ਜੋ ਹੈ ਉਹ 5 ਤੋਂ ਵੱਡਾ ਹੈ, ਠੀਕ ਹੈ। ਇਸ ਕਰਕੇ ਇਕਾਈ ਵਾਲਾ ਅੰਕ 0, ਦਹਾਈ ਵਾਲਾ 0, ਸੈਂਕੜੇ ਵਾਲਾ 0, 1000 ਵਾਲਾ ਵੀ 0, ਤੇ ਕਿਉਂਕਿ 8 ਸੀ, ਠੀਕ ਹੈ, 1000ਵੇਂ ਸਥਾਨ ਤੇ, ਤਾਂ ਹੁਣ 2 ਦੇ ਵਿੱਚ ਅਸੀਂ ਜੋ ਹੈ 1 ਜਮ੍ਹਾਂ ਕਰਾਂਗੇ ਤਾਂ ਇਹ ਬਣ ਜਾਏਗਾ 3। ਇਹ ਆਇਆ ਹੈ ਜੀ 30000, ਠੀਕ ਹੈ। 28292 ਦੀ 10000ਵੇਂ ਸਥਾਨ ਤੱਕ ਨਿਕਟੀਕਰਨ ਕਰਨ ਤੋਂ ਬਾਅਦ ਜੋ ਸੰਖਿਆ ਬਣੀ ਹੈ ਜਾਂ ਜੋ ਨੰਬਰ ਬਣਿਆ ਹੈ ਉਹ ਹੈ 30000। ਇਸ ਤੋਂ ਬਾਅਦ ਮਾਈਨਸ ਕਰਨਾ ਹੈ। ਹਾਂਜੀ, ਹੁਣ ਇੱਥੇ ਜ਼ਰਾ ਦੇਖੋ, ਇੱਥੇ 10000ਵੇਂ ਸਥਾਨ ਤੇ ਜੋ ਨੰਬਰ ਹੈ ਉਹ ਹੈ 1 ਯਾਨੀ ਕਿ 1। ਹੁਣ 1 ਜੋ ਹੈ ਯਾਨੀ ਕਿ 1 ਜੋ ਹੈ ਉਹ 5 ਤੋਂ ਛੋਟਾ ਹੁੰਦਾ ਹੈ, ਤੇ ਤਾਂ ਕਰਕੇ 2 ਦੇ ਵਿੱਚ 1 ਦਾ ਜੋ ਹੈ ਯਾਨੀ ਕਿ 1 ਦਾ ਐਡੀਸ਼ਨ ਨਹੀਂ ਹੋਏਗਾ। ਅਸੀਂ 2 ਦੇ ਵਿੱਚ 1 ਜੋ ਹੈ ਜਮ੍ਹਾਂ ਨਹੀਂ ਕਰਾਂਗੇ। ਹਾਂਜੀ, ਇਕਾਈ ਦਾ ਅੰਕ 0, ਦਹਾਈ ਦਾ 0, ਸੈਂਕੜੇ ਦਾ 0, 1000 ਦਾ 0 ਤੇ 2 ਜੋ ਹੈ ਐਜ਼ ਇਟ ਇਜ਼। ਹਾਂਜੀ, 30000 ਦੇ ਵਿੱਚੋਂ ਅਸੀਂ 20000 ਜੋ ਹੈ ਮਾਈਨਸ ਕਰਾਂਗੇ। ਸਾਡਾ ਆਨਸਰ ਜੋ ਹੈ ਉਹ ਆਊਗਾ 10000। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, 30000 ਦੇ ਵਿੱਚੋਂ ਅਸੀਂ ਜੋ ਹੈ ਮਾਈਨਸ ਕੀਤਾ ਹੈ 20000। 30000 ਮਾਈਨਸ 20000 ਕਰਕੇ ਸਾਡਾ ਆਨਸਰ ਆਇਆ ਹੈ 10000। ਸੈਕਿੰਡ ਕੁਐਸਚਨ ਹੈ ਜੀ, ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਹੇਠ ਲਿਖਿਆਂ ਦਾ ਅੰਦਾਜ਼ਨ ਗੁਣਨਫਲ ਪਤਾ ਕਰੋ, ਠੀਕ ਹੈ। ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਇਹਨਾਂ ਨੇ ਕੁਝ ਕਿਹਾ ਨਹੀਂ ਹੈ ਵੀ ਅਸੀਂ ਦਹਾਈ ਤੱਕ ਕਰਨੀ ਹੈ ਨਿਕਟੀਕਰਨ, ਸੈਂਕੜੇ ਤੱਕ ਕਰਨੀ ਹੈ। ਸਿੰਪਲੀ ਇਹਨਾਂ ਨੇ ਕਿਹਾ ਹੈ ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਹੇਠ ਲਿਖਿਆਂ ਦਾ ਅੰਦਾਜ਼ਨ ਗੁਣਨਫਲ ਪਤਾ ਕਰੋ। ਚਲੋ ਪਹਿਲਾਂ ਅਸੀਂ ਇਹਨਾਂ ਦਾ ਜੋ ਹੈ ਨਿਕਟੀਕਰਨ ਕਰਾਂਗੇ, ਉਸ ਤੋਂ ਬਾਅਦ ਫਿਰ ਜੋ ਹੈ ਅਸੀਂ ਗੁਣਾ ਕਰਾਂਗੇ। ਹਾਂਜੀ, ਇੱਥੇ 898 ਦੇ ਅੰਦਰ 3 ਅੰਕ ਨੇ, ਤਾਂ ਇਹਦਾ ਸੈਂਕੜੇ ਤੱਕ ਦਾ ਜੋ ਹੈ ਨਿਕਟੀਕਰਨ ਹੋਏਗਾ। ਸੈਂਕੜੇ ਵਾਸਤੇ ਅਸੀਂ ਦਹਾਈ ਵਾਲਾ ਜੋ ਹੈ ਅੰਕ ਦੇਖਣਾ ਹੈ। ਜਿਵੇਂ ਇੱਥੇ 9 ਹੈ, 9 ਜੋ ਹੈ ਉਹ 5 ਤੋਂ ਵੱਡਾ ਹੈ, ਤਾਂ ਜੋ ਇਕਾਈ ਦਾ ਅੰਕ ਹੈ ਉਹ ਵੀ 0 ਹੋ ਜਾਏਗਾ, ਦਹਾਈ ਦਾ ਅੰਕ ਵੀ 0 ਹੋ ਜਾਏਗਾ, ਤੇ 8 ਦੇ ਵਿੱਚ ਅਸੀਂ 1 ਜਮ੍ਹਾਂ ਕਰਾਂਗੇ ਕਿਉਂਕਿ 9 ਸੀ, ਮਤਲਬ ਦਹਾਈ ਦੇ ਅੰਕ ਤੇ 9 ਸੀ, ਤਾਂ 8 ਦੇ ਵਿੱਚ 1 ਜਮ੍ਹਾਂ ਹੋ ਕੇ ਇਹ ਹੋ ਗਿਆ 900। ਹਾਂਜੀ, ਗੁਣਾ ਦਾ ਜੋ ਨਿਸ਼ਾਨ ਹੈ ਐਜ਼ ਇਟ ਇਜ਼। ਹਾਂਜੀ, ਇੱਥੇ ਜੋ ਹੈ ਦਹਾਈ ਦੇ ਅੰਕ ਤੇ 8 ਹੈ ਜੋ ਕਿ 5 ਤੋਂ ਵੱਡਾ ਹੁੰਦਾ ਹੈ, ਤਾਂ ਇੱਥੇ ਵੀ ਜੋ ਹੈ 7 ਦੇ ਵਿੱਚ 1 ਜੋ ਹੈ ਜਮ੍ਹਾਂ ਹੋਏਗਾ, 8 ਹੋ ਜਾਏਗਾ, ਤੇ ਇਕਾਈ ਦਾ ਅੰਕ ਤੇ ਦਹਾਈ ਦਾ ਅੰਕ ਇਹ ਦੋਵੇਂ ਜੋ ਹੈ 0 ਹੋ ਜਾਣਗੇ। ਹਾਂਜੀ, ਇੱਥੇ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਣਾ ਚਾਹਾਂਗਾ। ਜੋ ਬੱਚੇ ਮੇਰੇ ਕੋਲ ਪਹਿਲਾਂ 5ਵੀਂ ਜਮਾਤ ਦੇ ਵਿੱਚ ਪੜ੍ਹੇ ਹੋਏ ਹੈ ਉਹਨਾਂ ਨੂੰ ਤਾਂ ਵੈਸੇ ਪਤਾ ਹੋਏਗਾ, ਮੈਂ ਪਹਿਲਾਂ ਵੀ ਦੱਸਿਆ ਹੋਇਆ ਹੈ। ਇੱਥੇ ਤੁਹਾਨੂੰ ਇਹ ਨਹੀਂ ਹੈ ਵੀ ਤੁਸੀਂ ਗੁਣਾ ਕਰਨਾ ਹੈ ਨਾ 900 ਔਰ 800 ਨੂੰ, ਤਾਂ ਤੁਸੀਂ ਕਿੱਧਰ ਜੋ ਹੈ 900 ਨੂੰ 800 ਨਾਲ ਗੁਣਾ ਕਰਨਾ ਸ਼ੁਰੂ ਕਰ ਦਿਓ। ਉਸ ਨਾਲ ਤੁਹਾਡਾ ਪੇਪਰ ਦੇ ਵਿੱਚ ਜੋ ਹੈ ਟਾਈਮ ਵੇਸਟ ਹੋਏਗਾ, ਠੀਕ ਹੈ। ਸਿੰਪਲੀ ਕਰਨਾ ਕੀ ਹੁੰਦਾ ਹੈ, ਜਿਵੇਂ ਇਹ 9 ਹੈ ਨਾ, ਇਸ 9 ਨੂੰ 8 ਦੇ ਨਾਲ ਗੁਣਾ ਕਰੋ। 9 8 ਦਾ ਕਿੰਨਾ ਹੁੰਦਾ ਹੈ, 72 ਹੁੰਦਾ ਹੈ।
72, ठीक है, 9 अठे 72, ठीक है। ਉਸ ਤੋਂ ਬਾਅਦ ਕੀ ਕਰਨਾ ਹੈ, ਦੇਖੋ 9 ਦੀ ਕਿੰਨੀ ਜ਼ੀਰੋਆਂ ਸੀ, 2 ਜ਼ੀਰੋਆਂ ਸੀ, ਤੇ 800 ਮਤਲਬ 900 ਦੀ ਕਿੰਨੀ ਜ਼ੀਰੋਆਂ ਸੀ, 2 ਜ਼ੀਰੋਆਂ ਸੀ, ਤੇ 800 ਦੀ ਕਿੰਨੀ ਜ਼ੀਰੋਆਂ ਸੀ, 2 ਜ਼ੀਰੋਆਂ ਸੀ, ਤਾਂ ਕਿੰਨੀਆਂ ਹੋ ਗਈਆਂ, 4 ਜ਼ੀਰੋਆਂ ਹੋ ਗਈਆਂ, ਠੀਕ ਹੈ। ਤਾਂ ਤੁਸੀਂ 72 ਦੇ ਪਿੱਛੇ ਇਹ 4 ਜ਼ੀਰੋਜ਼ ਲਗਾ ਦੇਣੀਆਂ। ਤੁਹਾਡਾ ਆਨਸਰ ਇੱਦਾਂ ਲਿਖਿਆ ਜਾਏਗਾ, 7 2 ਤੇ 2 ਜ਼ੀਰੋਆਂ 900 ਦੀ, 2 ਜ਼ੀਰੋਆਂ 800 ਦੀਆਂ। ਸਿੰਪਲੀ ਬਸ 9 ਨੂੰ 8 ਨਾਲ ਗੁਣਾ ਕਰੋ, 9 ਅਠੇ 72 ਹੋ ਗਿਆ, ਠੀਕ ਹੈ, 9 8 ਦਾ 72 ਹੋ ਗਿਆ, ਤੇ 900 ਦੀ 2 ਜ਼ੀਰੋਜ਼ ਉਠਾ ਲਓ, ਤੇ 800 ਦੀ 2 ਜ਼ੀਰੋਜ਼ ਉਠਾ ਲਓ, ਉਸ ਨੂੰ 72 ਦੇ ਯਾਨੀ ਕਿ 72 ਦੇ ਪਿੱਛੇ ਲਗਾ ਦਿਓ। ਇਹ ਤੁਹਾਡਾ ਬਣਿਆ ਜੀ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 7,20,000 ਜੋ ਹੈ ਆਨਸਰ ਹੈ। ਹਾਂਜੀ, ਹੁਣ ਦੇਖੋ ਸਾਡੇ ਕੋਲ ਸਿਰਫ ਇੱਕੋ ਹੀ ਅੰਕ ਹੈ, ਦੇਖੋ ਨਾ, ਸਿਰਫ ਸਾਡੇ ਕੋਲ 9 ਹੈ। ਹੁਣ ਇਸ ਦੇ ਵਿੱਚ ਅਸੀਂ ਕੀ ਕਰੀਏ, ਇਸ ਦੇ ਵਿੱਚ ਦੇਖੋ ਸਿੰਪਲ ਬਸ ਇੱਕੋ ਤੁਸੀਂ ਰੂਲ ਜੋ ਹੈ ਯਾਦ ਰੱਖਣਾ ਹੈ। ਦੇਖੋ ਜੋ 9 ਹੈ ਉਹ 5 ਤੋਂ ਵੱਡਾ ਹੈ ਨਾ, ਜੋ 9 ਹੈ ਉਹ 5 ਤੋਂ ਵੱਡਾ ਹੈ, ਠੀਕ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜੇ 6 ਹੈ, 7 ਹੈ, 8 ਹੈ, 9 ਹੈ, ਅਗਰ ਉਹ ਕੋਈ ਵੀ ਜੋ ਹੈ ਸੰਖਿਆ ਅਗਰ ਉਹ 5 ਤੋਂ ਵੱਡੀ ਹੈ, ਤਾਂ ਅਸੀਂ ਕੀ ਕਰਦੇ ਹਾਂ, ਮਤਲਬ ਨਿਕਟੀਕਰਨ ਕਰਨ ਵਾਸਤੇ ਅਸੀਂ ਕੀ ਕਰਨਾ ਹੁੰਦਾ ਹੈ, ਇਸ ਦੇ ਵਿੱਚ ਅਸੀਂ 1 ਜਮ੍ਹਾਂ ਕਰ ਦਾਂਗੇ, ਤਾਂ ਇਸ ਨੂੰ ਤੁਸੀਂ 10 ਬਣਾ ਦੇਣਾ ਹੈ। ਅਗਰ ਇਹ 5 ਤੋਂ ਛੋਟਾ ਹੁੰਦਾ, ਮੰਨ ਲਓ ਕਿ ਅਗਰ ਇਹ ਜੋ ਹੈ 5 ਤੋਂ ਛੋਟਾ ਹੁੰਦਾ, ਉਸ ਦੇ ਵਿੱਚ ਫਿਰ ਜੋ ਹੈ ਕੀ ਕਰਨਾ ਸੀ, ਉਹ ਆਪਾਂ ਅਗਲੇ ਜੋ ਕੁਐਸਚਨਸ ਹੈ ਡਿਸਕਸ ਕਰਾਂਗੇ। ਇੱਥੇ ਜਿਵੇਂ ਹੁਣ 9 ਆਇਆ ਹੈ, ਇਹ 5 ਤੋਂ ਵੱਡਾ ਹੈ, ਤਾਂ ਇਸ ਦਾ ਨਿਕਟੀਕਰਨ ਕਰਨਾ ਹੈ ਨਾ, ਤਾਂ ਸਿੰਪਲੀ ਇਸ ਦਾ 10 ਬਣਾ ਦਿਓ, ਠੀਕ ਹੈ। ਹਾਂਜੀ, ਹੁਣ ਅੱਗੇ ਹੈ ਜੀ 795। 795 ਵਾਸਤੇ ਸੈਂਕੜੇ ਤੱਕ ਦਾ ਨਿਕਟੀਕਰਨ ਕਰਾਂਗੇ। ਦਹਾਈ ਦੇ ਉੱਪਰ ਜੋ ਅੰਕ ਹੈ 9 ਹੈ ਨਾ, ਇਸ ਨੂੰ ਦੇਖੋ, ਇਹ 5 ਤੋਂ ਵੱਡਾ ਹੈ, ਇਟ ਮੀਨਸ ਕਿ ਜੋ 7 ਹੈ ਉਸ ਦੇ ਵਿੱਚ 1 ਐਡ ਹੋਏਗਾ, ਯਾਨੀ ਕਿ ਜੋ 7 ਹੈ ਉਸ ਦੇ ਵਿੱਚ +1 ਕਰਾਂਗੇ। ਇਸ ਤੋਂ ਬਾਅਦ ਇਕਾਈ ਤੇ ਦਹਾਈ ਦੇ ਅੰਕ ਨੂੰ 0 ਕਰ ਦਾਂਗੇ ਅਸੀਂ। ਹਾਂਜੀ, 10 ਨੂੰ 800 ਨਾਲ ਗੁਣਾ ਕਰਨਾ ਹੈ। ਦੇਖੋ ਇਸ ਦੀ ਵੀ ਸਿੰਪਲ ਜਿਹੀ ਟ੍ਰਿਕ ਹੁੰਦੀ ਹੈ। ਜਿ ਵੈਸੇ ਤਾਂ ਤੁਸੀਂ ਇਸ 10 ਨੂੰ 8 ਨਾਲ ਵੀ ਗੁਣਾ ਕਰ ਸਕਦੇ ਹੋ, ਅਦਰਵਾਈਜ਼ ਜਿਵੇਂ ਇਹ 10 ਦਾ ਮਤਲਬ 1 ਹੈ, ਜਿਵੇਂ ਇਹ 10 ਦਾ 1 ਹੈ, ਠੀਕ ਹੈ, ਇਸ 1 ਨੂੰ ਅਸੀਂ 8 ਦੇ ਨਾਲ ਗੁਣਾ ਕਰਾਂਗੇ, ਠੀਕ ਹੈ। 1 ਨੂੰ ਅਗਰ ਅਸੀਂ 8 ਦੇ ਨਾਲ ਗੁਣਾ ਕਰਦੇ ਹਾਂ, ਕਿੰਨਾ ਆਏਗਾ, 8 ਆਏਗਾ, ਠੀਕ ਹੈ। 1 ਨੂੰ ਯਾਨੀ ਕਿ 1 ਨੂੰ ਅਗਰ 1 ਨੂੰ ਅਸੀਂ 8 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 8 ਹੀ ਆਏਗਾ, ਠੀਕ ਹੈ। ਹਾਂਜੀ, ਹੁਣ 10 ਦੀ ਜੋ ਇਹ ਵਾਲੀ 0 ਹੈ, ਤੇ 800 ਦੀ ਜਿਹੜੀ ਇਹ 2 ਜ਼ੀਰੋਆਂ ਹੈ, ਕਿੰਨੀ ਜ਼ੀਰੋਆਂ ਹੋ ਗਿਆ, 3 ਜ਼ੀਰੋਆਂ ਹੋ ਗਿਆ, ਠੀਕ ਹੈ। ਇਹਨਾਂ ਨੂੰ ਅਸੀਂ ਪਿੱਛੇ ਲਗਾ ਦਾਂਗੇ 8 ਦੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਅਦਰਵਾਈਜ਼ ਇੱਕ ਹੋਰ ਮੈਥਡ ਹੈ ਵੀ 10 ਨੂੰ 8 ਦੇ ਨਾਲ ਗੁਣਾ ਕਰ ਲਓ, ਤਾਂ ਮਤਲਬ 10 ਨੂੰ 8 ਨਾਲ ਗੁਣਾ ਕਰੋਗੇ ਉਹ ਤੁਹਾਡਾ ਆਏਗਾ 80, ਤੇ 800 ਦੀ 2 ਜ਼ੀਰੋਆਂ ਪਿੱਛੇ ਲਗਾਓਗੇ ਉਹ ਬਣ ਜਾਏਗਾ 8000, ਠੀਕ ਹੈ। ਤਾਂ ਮੈਥਡਸ ਹੈ ਕਈ ਸਾਰੇ ਹੈ, ਤੁਸੀਂ ਆਪਣੇ ਤਰੀਕੇ ਨਾਲ ਕਰ ਸਕਦੇ ਹੋ ਇਸ ਨੂੰ। ਹਾਂਜੀ, ਸੀ ਪਾਰਟ ਹੈ ਜੀ, 87 ਨੂੰ ਅਸੀਂ 317 ਦੇ ਨਾਲ ਗੁਣਾ ਕਰਨਾ ਹੈ। ਹਾਂਜੀ, ਹੁਣ ਇਹ 87 ਹੈ, ਦੇਖੋ ਇਹਦੇ ਵਿੱਚ 2 ਹੀ ਅੰਕ ਹੈ, ਤਾਂ ਤੁਸੀਂ ਜੋ ਇਕਾਈ ਵਾਲਾ ਅੰਕ ਹੈ 7, ਇਸ ਨੂੰ ਦੇਖੋ, ਹੁਣ ਇਹ 5 ਤੋਂ ਵੱਡਾ ਹੈ, ਇਟ ਮੀਨਸ ਕਿ 8 ਦੇ ਵਿੱਚ ਅਸੀਂ 1 ਜਮ੍ਹਾਂ ਕਰਾਂਗੇ, ਇਹ ਹੋ ਜਾਏਗਾ 9, ਠੀਕ ਹੈ, ਤੇ ਇਕਾਈ ਵਾਲੇ ਅੰਕ ਨੂੰ ਅਸੀਂ 0 ਕਰ ਦਾਂਗੇ। ਇਹਦਾ ਕਾਰਨ ਕੀ ਹੈ 1 ਜਮ੍ਹਾਂ ਕਰਨ ਦਾ, ਕਿਉਂਕਿ ਜੋ ਇਕਾਈ ਦੇ ਅੰਕ ਦੇ ਉੱਪਰ ਜੋ ਅੰਕ ਸੀ ਉਹ 7 ਸੀ, ਜੋ ਕਿ 5 ਤੋਂ ਵੱਡਾ ਸੀ। ਹਾਂਜੀ, ਗੁਣਾ ਦਾ ਨਿਸ਼ਾਨ, ਇਹ ਹੈ 317। ਦਹਾਈ ਦੇ ਅੰਕ ਨੂੰ ਦੇਖੋ, ਇਹ 1 ਹੈ, ਤਾਂ ਇਹਦੇ ਵਿੱਚ ਕਿਉਂਕਿ ਇਹ 1 ਹੈ, 1 ਹੈ, 5 ਤੋਂ ਲੈਸ ਹੈ, ਯਾਨੀ ਕਿ 5 ਤੋਂ ਛੋਟਾ ਹੈ, ਤਾਂ ਅਸੀਂ ਜੋ ਹੈ 3 ਨੂੰ ਐਜ਼ ਇਟ ਇਜ਼ ਰੱਖਾਂਗੇ। 3 ਦੇ ਵਿੱਚ ਅਸੀਂ 1 ਦਾ ਜੋ ਹੈ ਮਤਲਬ ਐਡੀਸ਼ਨ, यानी कि जोड़, मतलब 1 ਨੂੰ ਜੋ ਹੈ ਅਸੀਂ ਨਹੀਂ ਜੋੜਾਂਗੇ, ਕਿਉਂਕਿ 1 ਜੋ ਹੈ ਇਹ ਵਾਲਾ ਜੋ 1 ਹੈ 1, ਠੀਕ ਹੈ, ਇਹ 5 ਤੋਂ ਛੋਟਾ ਹੈ, ਠੀਕ ਹੈ। ਹਾਂਜੀ,
ਹੁਣ ਇਸ ਦੇ ਵਿੱਚ ਵੀ ਸਿੰਪਲ ਹੈ, 9 3 ਜ਼ਾ 27, ਠੀਕ ਹੈ। 9 ਤੀਆ 27 ਹੁੰਦਾ ਹੈ ਨਾ, 9 3 ਜ਼ਾ 27। ਹੁਣ 90 ਦੀ 1 ਜ਼ੀਰੋ, 300 ਦੀ 2 ਜ਼ੀਰੋਆਂ, ਇਹਨਾਂ ਨੂੰ ਮਤਲਬ ਕਿ 3 ਜ਼ੀਰੋਆਂ ਹੋ ਗਿਆ ਨਾ, 27 ਦੇ ਪਿੱਛੇ ਲਗਾ ਦਿਓ, 27 ਦੇ ਪਿੱਛੇ ਲਗਾ ਦਿਓ, ਤਾਂ 27,000 ਜੋ ਹੈ ਸਾਡਾ ਆਨਸਰ ਹੋਏਗਾ। ਹਾਂਜੀ, ਹੁਣ ਸਾਡੇ ਕੋਲ ਹੈ ਜੀ 9250 ਗੁਣਾ 29, ਠੀਕ ਹੈ। ਇਹਦੇ ਵਿੱਚ 9250 ਦੇ ਵਿੱਚ ਜੋ ਸੈਂਕੜੇ ਵਾਲਾ ਜੋ ਅੰਕ ਹੈ ਉਸ ਨੂੰ ਦੇਖੋ, ਇਹ 2 ਹੈ, 5 ਤੋਂ ਛੋਟਾ ਹੈ, ਠੀਕ ਹੈ। ਇਟ ਮੀਨਸ 9 ਜੋ ਹੈ ਉਹ ਐਜ਼ ਇਟ ਇਜ਼, ਬਾਕੀ ਜੋ ਅੰਕ ਨੇ ਉਹ 0 ਹੋ ਜਾਣਗੇ। ਹਾਂਜੀ, ਗੁਣਾ ਦਾ ਨਿਸ਼ਾਨ ਇੱਥੇ ਜੋ ਹੈ ਦੇਖੋ 29 ਹੈ, ਜੋ ਇਕਾਈ ਵਾਲਾ ਅੰਕ ਹੈ ਉਹ 9 ਹੈ, 5 ਤੋਂ ਵੱਡਾ ਹੈ, ਤਾਂ 2 ਦੇ ਵਿੱਚ ਅਸੀਂ 1 ਦਾ ਜੋ ਹੈ ਐਡੀਸ਼ਨ ਕਰਾਂਗੇ, 2 ਦੇ ਵਿੱਚ 1 ਜੋੜਿਆ ਜਾਏਗਾ ਤਾਂ ਇਹ ਬਣ ਜਾਏਗਾ 30, ਠੀਕ ਹੈ। ਜੋ ਇਕਾਈ ਵਾਲਾ ਅੰਕ ਹੈ ਉਹ ਤਾਂ 0 ਹੋ ਜਾਣਾ ਹੈ। ਹਾਂਜੀ, ਦੇਖੋ ਇਹ ਵੀ ਜੋ ਹੈ ਜਿਵੇਂ ਪਹਿਲਾਂ ਸੀ, ਅੱਛਾ ਉਸ 'ਚ 27,000 ਸੀ, ਇਸ 'ਚ 2,70,000 ਆਏਗਾ। ਹਾਂਜੀ, ਇਹ ਵਾਲੇ 9 ਨੂੰ ਅਸੀਂ 3 ਦੇ ਨਾਲ ਗੁਣਾ ਕਰਾਂਗੇ ਤਾਂ ਇਹ ਬਣੇਗਾ 27। 9,000 ਦੀ 3 ਜ਼ੀਰੋਆਂ, ਠੀਕ ਹੈ, ਤੇ 30 ਦੀ 1 ਜ਼ੀਰੋ, ਯਾਨੀ ਕਿ 4 ਜ਼ੀਰੋਆਂ ਹੋ ਗਈਆਂ, ਤਾਂ 27 ਦੇ ਪਿੱਛੇ 4 ਜ਼ੀਰੋਜ਼ ਲੱਗਣਗੀਆਂ, 1 2 3 ਤੇ 4। ਹਾਂਜੀ, ਇਹ ਸਾਡਾ ਆਨਸਰ ਆਏਗਾ ਜੀ 2,70,000। 2,70,000 ਜੋ ਹੈ ਸਾਡਾ ਆਨਸਰ ਹੈ। ਅਗਰ ਤੁਹਾਨੂੰ ਕੁਝ ਸਮਝ ਨਹੀਂ ਆਇਆ ਹੈ, ਮੈਨੂੰ ਥੱਲੇ ਜੋ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ, ਮੈਂ ਫਿਰ ਕਿਸੇ ਹੋਰ ਮੈਥਡ ਦੇ ਨਾਲ ਕੋਸ਼ਿਸ਼ ਕਰਾਂਗਾ ਤੁਹਾਨੂੰ ਸਮਝਾਉਣ ਦੀ। ਹਾਂਜੀ, ਕੁਐਸਚਨ ਨੰਬਰ 3 ਹੈ ਜੀ, ਨੇੜੇ ਦੇ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਕੇ ਅੰਦਾਜ਼ਨ ਮੁੱਲ ਪਤਾ ਕਰੋ। ਦੇਖੋ ਇੱਥੇ ਨਾ ਇੱਕ ਗੱਲ ਨੋਟਿਸ ਕਰਨਾ, ਕੁਐਸਚਨ ਨੰਬਰ 3 ਦੀ ਜੋ ਸਟੇਟਮੈਂਟ ਹੈ ਨਾ, ਇਹਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਵੀ ਤੁਸੀਂ ਜਿਵੇਂ ਦੇਖੋ ਬੀ ਪਾਰਟ ਦੇ ਵਿੱਚ ਨਾ ਸਾਡੇ ਕੋਲ, ਮੈਂ ਤੁਹਾਨੂੰ ਦਿਖਾਉਣਾ ਜ਼ਰਾ ਰੁਕੋ, ਜਿਵੇਂ ਇਸ ਨੰਬਰ ਨੂੰ ਤੇ ਇਸ ਨੰਬਰ ਨੂੰ ਨੋਟ ਕਰੋ, ਠੀਕ ਹੈ। ਇਹ ਵਾਲਾ ਜੋ ਨੰਬਰ ਹੈ ਇਹਦੇ ਵਿੱਚ ਸਾਡੇ ਕੋਲ ਕਿੰਨੇ ਅੰਕ ਨੇ, 1 2 3 4 5 6 ਅੰਕ ਨੇ, ਠੀਕ ਹੈ। ਯਾਨੀ ਕਿ ਇਹ ਜੋ ਹੈ ਲੱਖ ਵਾਲਾ ਹੋ ਗਿਆ, ਠੀਕ ਹੈ। 1,08,734। ਅਗਲਾ ਹੈ ਜੀ 47,599। ਫਿਰ ਇਸ ਤਰਫ ਵਾਲਾ ਹੈ ਜੀ 4317, ਠੀਕ ਹੈ। ਇਹ ਹੋ ਗਿਆ 47,599, ਇਹ ਹੋ ਗਿਆ 4317। ਹੁਣ ਇਹਨਾਂ ਨੇ ਕਹਿ ਦਿੱਤਾ ਹੈ ਵੀ ਤੁਸੀਂ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ, ਠੀਕ ਹੈ। ਵੀ ਜਿਵੇਂ ਹੁਣ 1,08,734 ਹੈ ਨਾ, ਤਾਂ ਤੁਸੀਂ ਇਹ ਨਹੀਂ ਕਰਨਾ ਵੀ 1 ਲੱਖ ਦਾ ਨਿਕਟੀਕਰਨ ਕਰਨ ਵਾਸਤੇ ਤੁਸੀਂ 10,000 ਵਾਲਾ ਜੋ ਅੰਕ ਹੈ ਉਸ ਨੂੰ ਦੇਖਣ ਲੱਗ ਜਾਓ, ਨਹੀਂ। ਉਹਨਾਂ ਨੇ ਸਾਫ਼ ਕਹਿਤਾ ਹੈ, ਕੁਐਸਚਨ ਦੀ ਸਟੇਟਮੈਂਟ ਪੜ੍ਹੋ ਵੀ ਨੇੜੇ ਦੇ ਸੈਂਕੜੇ ਦੇ ਸਥਾਨ ਤੱਕ, ਠੀਕ ਹੈ, ਵੀ ਨੇੜੇ ਦੇ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਕੇ ਅੰਦਾਜ਼ਨ ਮੁੱਲ ਪਤਾ ਕਰੋ। ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ, ਇਟ ਮੀਨਸ ਕਿ ਸਿਰਫ ਅਸੀਂ ਜੋ ਹੈ ਜੋ ਦਹਾਈ ਵਾਲਾ ਅੰਕ ਹੈ ਉਸ ਨੂੰ ਦੇਖਾਂਗੇ ਵੀ ਉਹ 5 ਤੋਂ ਵੱਡਾ ਹੈ ਜਾਂ 5 ਤੋਂ ਛੋਟਾ ਹੈ, ਠੀਕ ਹੈ। ਅਗਰ 5 ਤੋਂ ਛੋਟਾ ਹੈ ਤਾਂ 1 ਜੋ ਹੈ ਉਹ ਐਡ ਨਹੀਂ ਹੁੰਦਾ ਹੈ। ਅਗਰ 5 ਦੇ ਬਰਾਬਰ ਹੈ ਜਾਂ 5 ਤੋਂ ਵੱਡਾ ਹੈ, ਠੀਕ ਹੈ, 6 ਹੈ 7 ਹੈ 8 ਹੈ 9 ਹੈ, ਤਾਂ ਫਿਰ ਅਸੀਂ 1 ਜੋੜਾਂਗੇ ਸੈਂਕੜੇ ਵਾਲੇ ਅੰਕ ਦੇ ਵਿੱਚ। ਹਾਂਜੀ, ਸਾਡੇ ਕੋਲ ਹੈ ਜੀ 439 334 ਤੇ 4317। ਅਸੀਂ ਕਰਨਾ ਹੈ ਜੀ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ। ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਨ ਵਾਸਤੇ ਅਸੀਂ ਜੋ ਦਹਾਈ ਵਾਲੇ ਅੰਕ ਹੈ, ਜਿਵੇਂ ਇੱਥੇ 3 ਹੈ, ਇੱਥੇ ਵੀ 3 ਹੈ, ਤੇ ਦਹਾਈ ਦਾ ਅੰਕ ਇੱਥੇ ਜੋ ਹੈ 1 ਹੈ, ਠੀਕ ਹੈ। ਸਿਰਫ ਅਸੀਂ ਇਹਨਾਂ ਨੂੰ ਜੋ ਹੈ ਨੋਟਿਸ ਕਰਾਂਗੇ, ਸਿਰਫ ਅਸੀਂ ਇਹਨਾਂ ਨੂੰ ਦੇਖਣਾ ਹੈ। ਹਾਂਜੀ, 439 ਦੇ ਵਿੱਚ ਜੋ ਦਹਾਈ ਦਾ ਅੰਕ ਹੈ ਉਹ 3 ਹੈ, ਤਾਂ ਇੱਥੇ ਜੋ 4 ਹੈ ਉਹ ਇੱਦਾਂ ਹੀ ਰਹੇਗਾ ਕਿਉਂਕਿ 5 ਤੋਂ ਛੋਟਾ ਹੈ 3, ਠੀਕ ਹੈ। ਤੇ ਇਕਾਈ ਤੇ ਦਹਾਈ ਦੇ ਅੰਕ 0 ਹੋ ਜਾਣਗੇ। ਹਾਂਜੀ, 334 ਦੇ ਵਿੱਚ ਜੋ ਦਹਾਈ ਦਾ ਅੰਕ ਹੈ ਉਹ 3 ਹੈ, ਤਾਂ 5 ਤੋਂ ਛੋਟਾ ਹੈ, ਤਾਂ ਜੋ 3 ਹੈ
ए वाला तो एज इट इज़ रहेगा, सैकड़े के स्थान वाला 3, ठीक है, यानी कि 100 प्लेस वाला जो 3 है वो तो एज इट इज़ रहेगा। बाकी जो इकाई ते दहाई वाले जो अंक ने वो 0 हो जाएंगे। हाँ जी। 4317 ਦੇ ਵਿੱਚ ਜੋ ਦਹਾਈ ਵਾਲਾ ਜੋ ਅੰਕ ਹੈ ਉਹ 1 ਹੈ, ਯਾਨੀ ਕਿ 1 ਹੈ, ਤਾਂ ਉਹ ਵੀ ਜੋ ਹੈ 5 ਤੋਂ ਛੋਟਾ ਹੈ, ਤਾਂ 4 ਤੇ 3, ਠੀਕ ਹੈ, ਇਹ ਐਜ਼ ਇਟ ਇਜ਼ ਰਹਿਣਗੇ ਤੇ ਇਕਾਈ ਤੇ ਦਹਾਈ ਵਾਲੇ ਅੰਕ 0 ਹੋ ਜਾਣਗੇ। ਹਾਂਜੀ, 400 ਜਮਾ 300, ਚਲੋ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਇੱਥੇ, ਸਪੇਸ ਘੱਟ ਹੈ, ਚਲੋ ਤਾਂ ਵੀ ਕਰ ਦੇਣਾ। 4300 ਜਮਾ 400 जमा 300, 0 + 0 + 0 0 हो गया, फिर 0 हो गया। हाँ जी, 3 + 4 7, 7 + 3 10, 1 कैरी हो गया, 4 + 1 5, 5000 ਸਾਡਾ ਜੋ ਹੈ ਉਹ ਆਨਸਰ ਹੋਏਗਾ। ਠੀਕ ਹੈ, ਇਹ ਸਾਡਾ ਐਸਟੀਮੇਟਿਡ ਸਮ ਹੈ, ਅੰਦਾਜ਼ਨ ਜੋੜਫਲ ਹੈ। ਠੀਕ ਹੈ, ਇਹ ਬੱਚਿਓ ਅੰਦਾਜ਼ਨ ਜੋੜਫਲ ਹੁੰਦਾ ਹੈ। ਠੀਕ ਹੈ, ਧਿਆਨ ਨਾਲ ਤੁਸੀਂ ਜਦ ਲਾਸਟ ਦੇ ਵਿੱਚ ਲਿਖਣਾ ਹੈ ਨਾ ਆਪਣਾ ਆਨਸਰ, ਤਾਂ ਤੁਸੀਂ ਲਿਖੋਗੇ ਵੀ ਇਹ ਸਾਡਾ ਅੰਦਾਜ਼ਨ ਜੋੜਫਲ ਹੈ। ਐਗਜ਼ੈਕਟਲੀ ਯਾਨੀ ਕਿ ਬਿਲਕੁਲ ਸਹੀ ਆਨਸਰ ਇਹ ਨਹੀਂ ਹੈ, ਇਹ ਸਿਰਫ ਇੱਕ ਅੰਦਾਜ਼ੇ ਦੇ ਨਾਲ ਜੋ ਜੋੜਫਲ ਕਰਨਾ ਹੁੰਦਾ ਹੈ ਇਹ ਉਹ ਹੈ। ਠੀਕ ਹੈ, ਨਿਕਟੀਕਰਨ ਦਾ ਫਾਇਦਾ ਇਹੀ ਹੁੰਦਾ ਹੈ ਵੀ ਅਸੀਂ ਇੱਕ ਅੰਦਾਜ਼ਾ ਜੋ ਹੈ ਪਤਾ ਕਰ ਸਕਦੇ ਹਾਂ ਨਿਕਟੀਕਰਨ ਦੀ ਹੈਲਪ ਦੇ ਨਾਲ। ਠੀਕ ਹੈ, ਹਾਂਜੀ, 1,08,734 ਤੇ ਮਾਈਨਸ ਕਰਨਾ ਹੈ 47,599। ਹਾਂਜੀ, ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ ਤਾਂ ਦਹਾਈ ਵਾਲਾ ਅੰਕ ਦੇਖਾਂਗੇ। ਠੀਕ ਹੈ, ਇੱਥੇ 3 ਹੈ, ਇੱਥੇ 9 ਹੈ। 1 0 8 ਤੇ ਹੁਣ ਦਹਾਈ ਦਾ ਅੰਕ ਦੇਖੋ 3 ਹੈ, 5 ਤੋਂ ਛੋਟਾ ਹੈ, ਯਾਨੀ ਕਿ 7 ਦੇ ਵਿੱਚ 1 ਜੋ ਹੈ ਅਸੀਂ ਨਹੀਂ ਜੋੜ ਸਕਦੇ, ਤੇ ਇਕਾਈ ਤੇ ਦਹਾਈ ਵਾਲਾ ਅੰਕ ਅਸੀਂ 0 ਕਰ ਦੇਣਾ ਹੈ। ਮਾਈਨਸ, ਹਾਂਜੀ, 4 7, ਹੁਣ 5 ਦੇ ਅੱਗੇ ਦੇਖੋ ਜ਼ਰਾ, 9 ਹੈ ਨਾ ਦਹਾਈ ਦੇ ਉੱਪਰ। ਠੀਕ ਹੈ, ਤਾਂ 9 ਜੋ ਹੈ ਉਹ 5 ਤੋਂ ਵੱਡਾ ਹੈ। ਠੀਕ ਹੈ, ਤਾਂ ਇੱਥੇ 1 ਜੋ ਹੈ ਅਸੀਂ ਜੋੜਾਂਗੇ, ਤਾਂ 5 ਦੇ ਵਿੱਚ 1 ਜੋੜਾਂਗੇ ਤਾਂ ਇਹ ਬਣ ਜਾਏਗਾ 6, ਤੇ ਇਕਾਈ ਤੇ ਦਹਾਈ ਦਾ ਅੰਕ ਹੋ ਜਾਏਗਾ 0। ਹਾਂਜੀ, ਹੁਣ ਅਸੀਂ ਮਾਈਨਸ ਕਰਨਾ ਹੈ, ਤਾਂ ਇੱਥੇ ਹੀ ਮੈਂ ਤੁਹਾਨੂੰ ਕਰਕੇ ਦਿਖਾ ਦੇਣਾ ਹਾਂ। ਦੇਖੋ, ਅਸੀਂ ਜੋ ਹੈ, ਚਲੋ ਤੁਸੀਂ ਕਿਧਰ ਕਨਫਿਊਜ਼ ਨਾ ਹੋ ਜਾਓ, ਮੈਂ ਫਿਰ ਲਿਖ ਦੇਣਾ ਤੁਹਾਨੂੰ ਨਾ, 1,08,700। ਠੀਕ ਹੈ, ਇਹਦੇ ਵਿੱਚੋਂ ਅਸੀਂ ਮਾਈਨਸ ਕਰਨਾ ਹੈ 47,600। ਦੇਖੋ, 0 ਚੋਂ ਮਤਲਬ 0 ਗਏ, ਇਹਦਾ ਤਾਂ ਕੋਈ ਫਾਇਦਾ ਨਹੀਂ ਹੈ, ਬਸ ਇਹ ਤਾਂ ਐਜ਼ ਇਟ ਇਜ਼ ਲਿਖ ਦਿਓ। 7 ਦੇ ਵਿੱਚੋਂ 6 ਗਏ, ਇਹ ਹੋ ਜਾਏਗਾ 1। 8 ਦੇ ਵਿੱਚੋਂ 7 ਗਏ, ਇਹ ਵੀ ਹੋ ਗਿਆ 1। ਹਾਂਜੀ, ਇੱਥੇ 0 ਹੈ, ਨੀਚੇ 4 ਹੈ, ਤਾਂ ਸਾਨੂੰ ਜੋ ਹੈ 1 ਜੋ ਹੈ ਉਹ ਮਤਲਬ ਬੋਰੋ ਕਰਨਾ ਪਏਗਾ। ਹਾਂਜੀ, ਹਾਸਲ ਲੈਣਾ ਪਏਗਾ, ਤਾਂ ਇੱਥੇ 10 ਹੋ ਜਾਏਗਾ, ਇੱਥੇ 4 ਹੋ ਜਾਏਗਾ। 4 ਹੈ ਪਹਿਲਾਂ ਹੀ, ਤਾਂ 10 ਚੋਂ 4 ਗਏ ਤਾਂ 6। ਇਹ ਸਾਡਾ ਜੋ ਹੈ ਆਨਸਰ ਹੈ 61,100, 61,100। ਠੀਕ ਹੈ, ਇਹ ਸਾਡਾ ਆਨਸਰ ਹੈ 61,100। ਹਾਂਜੀ, क्वेश्चन नंबर 4 है जी, दहाई के स्थान तक निकटीकरण करके अंदाजा लगाओ। देखो, उन्होंने साफ कहता है भी दहाई के स्थान तक असी जो है निकटीकरण करना है, दहाई के स्थान तक। क्वेश्चनस ਉਹੀ ਨੇ। ਠੀਕ ਹੈ, ਜੋ ਸਾਡੇ ਕੋਲ ਪਹਿਲਾਂ ਮਤਲਬ ਜੋ ਹੈਗੇ ਸੀ ਨਾ A ਪਾਰਟ ਤੇ B ਪਾਰਟ ਦੇ ਵਿੱਚ, ਉਹੀ ਜੋ ਹੈ ਕੁਐਸਚਨਸ ਨੇ, ਬਸ ਫਰਕ ਇਹ ਹੈ ਵੀ ਹੁਣ ਅਸੀਂ ਦਹਾਈ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ। ਤਾਂ ਦਹਾਈ ਦੇ ਸਥਾਨ ਤੱਕ ਨਿਕਟੀਕਰਨ ਕਰਨ ਵਾਸਤੇ ਅਸੀਂ ਜੋ ਇਕਾਈ ਵਾਲਾ ਅੰਕ ਹੈ ਉਸ ਨੂੰ ਚੈੱਕ ਕਰਾਂਗੇ ਵੀ ਉਹ 5 ਤੋਂ ਵੱਡਾ ਹੈ ਜਾਂ 5 ਤੋਂ ਛੋਟਾ ਹੈ। ਠੀਕ ਹੈ, ਜਾਂ 5 ਦੇ ਬਰਾਬਰ ਹੈ, ਬਸ ਅਸੀਂ ਇਹ ਚੈੱਕ ਕਰਨਾ ਹੈ। ਚਾਰ ਸੌ 39 334 ਤੇ
ਜਮ੍ਹਾਂ ਕਰਨਾ ਹੈ ਅਸੀਂ 4317। ਹਾਂਜੀ, ਹੁਣ ਅਸੀਂ ਦਹਾਈ ਦੇ ਅੰਕ ਤੱਕ ਨਿਕਟੀਕਰਨ ਕਰਨਾ ਹੈ ਤਾਂ ਜੋ ਇਕਾਈ ਦਾ ਅੰਕ ਹੈ ਅਸੀਂ ਉਸ ਨੂੰ ਜੋ ਹੈ ਦੇਖਾਂਗੇ। ਇੱਥੇ ਜੋ ਇਕਾਈ ਦਾ ਅੰਕ ਹੈ ਉਹ ਹੈ 9, ਇੱਥੇ ਇਕਾਈ ਦਾ ਅੰਕ ਹੈ 4, ਇੱਥੇ ਇਕਾਈ ਦਾ ਅੰਕ ਹੈ 7। ਦੇਖੋ ਇੱਥੇ 9 ਹੈ ਤਾਂ ਇਹ ਜੋ ਹੈ 5 ਤੋਂ ਵੱਡਾ ਹੈ, ਤਾਂ 3 ਦੇ ਵਿੱਚ ਅਸੀਂ ਜੋ ਹੈ 1 ਜਮ੍ਹਾਂ ਕਰ ਦਾਂਗੇ, ਇਹ ਬਣੇਗਾ ਇਹ ਵਾਲਾ 4 ਐਜ਼ ਇਟ ਇਜ਼। 3 ਦੇ ਵਿੱਚ 1 ਜਮ੍ਹਾਂ ਕਰਕੇ ਇਹ ਬਣੇਗਾ 4 ਤੇ ਇਹ ਜੋ ਹੈ 0। ਹਾਂਜੀ, ਹੁਣ 334 ਦੇ ਵਿੱਚ ਜੋ 4 ਹੈ ਉਹ ਇਕਾਈ ਦਾ ਅੰਕ ਹੈ ਤੇ ਉਹ ਜੋ ਹੈ 5 ਤੋਂ ਛੋਟਾ ਹੈ, ਤਾਂ ਇੱਥੇ 1 ਦਾ ਐਡੀਸ਼ਨ ਨਹੀਂ ਹੋਏਗਾ। 3 ਔਰ 3 ਐਜ਼ ਇਟ ਇਜ਼ ਤੇ 0। ਹਾਂਜੀ, ਹੁਣ 4317 ਦੇ ਵਿੱਚ ਜੋ ਇਕਾਈ ਦਾ ਅੰਕ ਹੈ ਉਹ 7 ਹੈ, ਤਾਂ ਇੱਥੇ ਜੋ ਹੈ 1 ਜੋ ਹੈ ਅਸੀਂ ਜਮ੍ਹਾਂ ਕਰਾਂਗੇ ਕਿਉਂਕਿ ਜੋ 7 ਹੈ ਉਹ 5 ਤੋਂ ਵੱਡਾ ਹੈ। ਤਾਂ 43 ਐਜ਼ ਇਟ ਇਜ਼ 1 ਦੇ ਵਿੱਚ ਅਸੀਂ 1 ਜਮ੍ਹਾਂ ਕਰਾਂਗੇ, ਇਹ ਬਣ ਜਾਏਗਾ 2 ਤੇ 0। ਹੁਣ ਅਸੀਂ ਇਹਨਾਂ ਤਿੰਨਾਂ ਦਾ ਜੋ ਹੈ ਐਡੀਸ਼ਨ ਕਰਨਾ ਹੈ। 4320 ਇਹਦੇ ਵਿੱਚ ਅਸੀਂ ਜੋ ਹੈ 440 ਤੇ 330 ਇਹਨਾਂ ਨੂੰ ਜੋ ਹੈ ਜੋੜਨਾ ਹੈ। 0 + 0 + 0 0 ਹੋ ਗਿਆ। ਹਾਂਜੀ, 2 + 4 6, 6 + 3 9। ਹਾਂਜੀ, 3 + 4 7, 7 + 3 10। 1 कैरी हो गया, 4 + 1 5। हाँ जी, 5090, ठीक है, 5090, 5090 जो है ये साडा आंसर है। एक लाख 8,734 ਇਹਦੇ ਵਿੱਚੋਂ ਮਾਈਨਸ ਕਰਨਾ ਹੈ ਅਸੀਂ 47,599। ਹੁਣ डिफरेंस ਕੀ ਹੈ ਵੀ ਅਸੀਂ ਦਹਾਈ ਤੱਕ ਜੋ ਹੈ ਨਿਕਟੀਕਰਨ ਕਰਨਾ ਹੈ। ਇਟ ਮੀਨਸ ਕਿ ਜੋ ਸੈਂਕੜ ਇਕਾਈ ਵਾਲਾ ਜੋ ਅੰਕ ਹੈ ਉਸ ਨੂੰ ਅਸੀਂ ਦੇਖਾਂਗੇ। ਹਾਂਜੀ, 1087 ਐਜ਼ ਇਟ ਇਜ਼। ਹਾਂਜੀ, ਹੁਣ ਦੇਖੋ ਜੋ 4 ਹੈ, ਠੀਕ ਹੈ, 1,08,734 ਦੇ ਵਿੱਚ ਜੋ 4 ਹੈ ਇਹ ਹੈ ਇਕਾਈ ਦੇ ਅੰਕ ਤੇ, ਤਾਂ 4 ਜੋ ਹੈ ਉਹ 5 ਤੋਂ ਛੋਟਾ ਹੈ। ਇਟ ਮੀਨਸ ਕਿ 3 ਦੇ ਵਿੱਚ 1 ਦਾ ਐਡੀਸ਼ਨ ਨਹੀਂ ਹੋਏਗਾ, 3 ਦੇ ਵਿੱਚ 1 ਜੋ ਹੈ ਜੋੜਿਆ ਨਹੀਂ ਜਾਏਗਾ ਤੇ ਇੱਥੇ ਜੋ ਹੈ 0। ਹਾਂਜੀ, -475 ਇਹ ਐਜ਼ ਇਟ ਇਜ਼। ਦੇਖੋ ਇੱਥੇ ਜੋ ਹੈ ਇਕਾਈ ਦੇ ਅੰਕ ਤੇ ਹੈ 9, 9 ਜੋ ਹੈ ਉਹ 5 ਤੋਂ ਵੱਡਾ ਹੈ। ਇਟ ਮੀਨਸ ਕਿ ਜੋ ਦਹਾਈ ਦੇ ਅੰਕ ਤੇ 9 ਹੈ ਉਹਦੇ ਵਿੱਚ ਅਸੀਂ 1 ਜਮ੍ਹਾਂ ਕਰਾਂਗੇ। ਇੱਥੇ ਨਾ ਥੋੜਾ ਜਿਹਾ ਫਰਕ ਪਏਗਾ, ਜ਼ਰਾ ਧਿਆਨ ਨਾਲ ਦੇਖਣਾ। ਦੇਖੋ ਇਹ ਵਾਲਾ ਜੋ 9 ਹੈ ਨਾ ਇਹ 5 ਤੋਂ ਵੱਡਾ ਸੀ ਇਕਾਈ ਦੇ ਅੰਕ ਵਾਲਾ, ਤਾਂ ਅਸੀਂ ਦਹਾਈ ਦੇ ਅੰਕ ਦੇ ਉੱਪਰ ਜੋ 9 ਸੀ ਉਹਦੇ ਵਿੱਚ 1 ਜਮ੍ਹਾਂ ਕਰਾਂਗੇ, ਠੀਕ ਹੈ, ਕਿਉਂਕਿ ਉਹ 5 ਤੋਂ ਵੱਡਾ ਸੀ ਇਕਾਈ ਦੇ ਅੰਕ ਵਾਲਾ 9। ਤਾਂ ਜਦੋਂ 1 ਜਮ੍ਹਾਂ ਕਰਾਂਗੇ ਨਾ, 9 ਜਮ੍ਹਾਂ 1 ਕਰਾਂਗੇ 10 ਬਣ ਜਾਏਗਾ, ਠੀਕ ਹੈ। ਤੇ ਇਸ 5 ਦੇ ਉੱਪਰ ਨਾ ਹਾਸਲ ਜਾਏਗਾ, 1 ਜੋ ਹੈ ਉਹ ਕੈਰੀ ਹੋ ਜਾਏਗਾ, ਹਾਸਲ ਜਾਏਗਾ। ਤਾਂ 5 ਜਮ੍ਹਾਂ 1 ਇਹ ਹੋ ਜਾਏਗਾ 6 ਤੇ 7 ਤੇ 4 ਐਜ਼ ਇਟ ਇਜ਼। ਤੇ ਇਹ ਵਾਲਾ ਜੋ 9 ਹੈ ਨਾ ਇਹਦੀ 0 ਮਤਲਬ ਜੋ ਹੈ ਉਹ ਨਾਲ ਲਿਖੀ ਜਾਏਗੀ। ਥੋੜਾ ਜਿਹਾ ਇਹ ਕੁਐਸਚਨ, ਥੋੜਾ ਜਿਹਾ ਇਹ ਵਾਲਾ ਜੋ ਪਾਰਟ ਹੈ ਨਾ ਇਹ ਅਲੱਗ ਹੈ। ਮੈਂ ਤੁਹਾਨੂੰ ਫਿਰ ਤੋਂ ਇੱਥੇ ਜੋ ਹੈ ਸਮਝਾ ਦਿੰਦਾ ਹਾਂ। ਓਹੋ, ਸਾਰਾ ਹੀ ਹੋ ਗਿਆ ਇਹ ਰੇਸ। ਪਹਿਲਾਂ ਨਾ ਉਸ ਨੂੰ ਅਸੀਂ ਸਮਝ ਲੈਂਦੇ ਹਾਂ ਜੋ ਮਤਲਬ ਅਲੱਗ ਸੀ ਥੋੜਾ ਜਿਹਾ। 47,599। ਦੇਖੋ ਇੱਥੇ ਨਾ ਜੋ ਇਕਾਈ ਦਾ ਅੰਕ ਹੈ ਉਸ ਤੇ 9 ਹੈ, ਠੀਕ ਹੈ, 9 ਹੈ, ਤਾਂ ਇਸ ਵਾਲੇ 9 ਦੇ ਵਿੱਚ 1 ਦਾ ਐਡੀਸ਼ਨ ਹੋਏਗਾ ਕਿਉਂਕਿ ਇਕਾਈ ਦੇ ਉੱਪਰ ਜੋ ਹੈ ਇਕਾਈ ਵਾਲਾ ਜੋ ਅੰਕ ਹੈ ਉਹ 9 ਹੈ, 5 ਤੋਂ ਵੱਡਾ ਹੈ। ਤਾਂ ਦਹਾਈ ਵਾਲੇ ਅੰਕ ਦੇ ਵਿੱਚ 9 ਦੇ ਵਿੱਚ ਜੋ ਹੈ ਦਹਾਈ ਵਾਲੇ ਦੇ ਵਿੱਚ 1 ਜਮ੍ਹਾਂ ਹੋਏਗਾ। ਤਾਂ ਜਦੋਂ ਅਸੀਂ ਦੇਖੋ 1 ਜਮ੍ਹਾਂ ਕਰਾਂਗੇ ਨਾ ਤਾਂ 9 ਜਮ੍ਹਾਂ 1 ਕਰਾਂਗੇ 10 ਹੋ ਜਾਏਗਾ, 1 ਹਾਸਲ ਜਾਏਗਾ, ਕੈਰੀ ਹੋਏਗਾ, ਠੀਕ ਹੈ। 5 + 1 6 ਹੋ ਜਾਏਗਾ। 7 ਇਹ ਵਾਲਾ ਐਜ਼ ਇਟ ਇਜ਼, 4 ਐਜ਼ ਇਟ ਇਜ਼। ਇਹ ਵਾਲਾ ਜੋ 9 ਹੈ ਨਾ ਇਹ ਵਾਲਾ, ਠੀਕ ਹੈ, ਇਸ ਦੀ 0 ਰਹਿੰਦੀ ਹੈ ਤਾਂ ਉਹ 0 ਵੀ ਅਸੀਂ ਨਾਲ ਲਿਖਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਰਿਹਾ ਹੋਣਾ ਹੈ, ਠੀਕ ਹੈ।
47,600 ਇਹ ਸਾਡਾ ਆਇਆ ਹੈ। ਠੀਕ ਹੈ, ਕੁਐਸਚਨ ਸੀ ਸਾਡਾ 1,08,734 ਮਾਈਨਸ 47,599। ਹਾਂਜੀ, ਇਸ ਦਾ ਨਿਕਟੀਕਰਨ ਕਰਨ ਤੋਂ ਬਾਅਦ ਆਇਆ ਸੀ ਸਾਡੇ ਕੋਲ 1,87,130 ਯਾਨੀ ਕਿ 8,730। ਇੱਥੇ ਆਇਆ ਸੀ 47,600। ਹਾਂਜੀ, ਹੁਣ ਅਸੀਂ ਸਬਟਰੈਕਸ਼ਨ ਕਰਨੀ ਹੈ ਤਾਂ ਕਰ ਲੈਂਦੇ ਹਾਂ ਜੀ। 1,08,730 ਮਾਈਨਸ ਕਰਨਾ ਹੈ 47,600। 0 ਮਾਈਨਸ 0 0 ਹੋ ਗਿਆ, 3 ਮਾਈਨਸ 0 3 ਹੋ ਗਿਆ, 7 ਮਾਈਨਸ 6 1 ਹੋ ਗਿਆ, 8 ਮਾਈਨਸ 7 1 ਹੋ ਗਿਆ। ਤਾਂ ਇੱਥੇ ਜੋ ਹੈ 10 ਮਾਈਨਸ 6 ਕਰਾਂਗੇ ਉਹ ਹੋ ਜਾਏਗਾ, ਸੌਰੀ 10 ਮਾਈਨਸ 4 ਕਰਾਂਗੇ ਉਹ ਹੋ ਜਾਏਗਾ 6। 10 ਦੇ ਵਿੱਚੋਂ 4 ਗਏ ਤਾਂ 6। ਹਾਂਜੀ, ਸਾਡਾ ਆਨਸਰ ਆਇਆ ਹੈ ਜੀ 61,130, 61,130। ਠੀਕ ਹੈ, 61,130, 61,130। ਅਗਰ ਤੁਹਾਨੂੰ ਕੋਈ ਕੁਐਸਚਨ ਜਾਂ ਕੋਈ ਪਾਰਟ ਨਹੀਂ ਸਮਝ ਆਇਆ ਹੈ ਤਾਂ ਮੈਨੂੰ ਜੋ ਹੈ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ ਵੀ ਤੁਹਾਨੂੰ ਮੇਰਾ ਜੋ ਮੈਥਡ ਸਮਝਾਇਆ ਹੋਇਆ ਹੈ ਉਹ ਸਮਝ ਆਇਆ ਵੀ ਹੈ ਜਾਂ ਨਹੀਂ ਆਇਆ। ਅਗਰ ਕਿਸੇ ਕੁਐਸਚਨ ਦੇ ਵਿੱਚ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਠੀਕ ਹੈ।